ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਜੋ ਟੌਪਿਕ ਤੁਸੀਂ ਬਖਸ਼ਿਆ ਉਹਦੇ ਵਿੱਚ ਸਵਾਲ ਸੀਗਾ ਕਿ ਜਦੋਂ ਗੁਰਬਾਣੀ ਪੜ੍ਹਨ ਬੈਠਦੇ ਹਾਂ, ਨਾਮ ਜਪਣ ਬੈਠਦੇ ਹਾਂ ਤੇ ਧਿਆਨ ਦੇ ਵਿੱਚ ਜਿਵੇਂ ਬਹੁਤ ਰੌਲਾ ਹੁੰਦਾ ਜਾਂ ਕਹਿ ਲਓ ਮਨ ਨਹੀਂ ਲੱਗਦਾ, ਸੋਚਾਂ ਦੇ ਵਿੱਚ ਘਿਰਿਆ ਰਹਿੰਦਾ ਮਨ, ਤੇ ਇਸ ਹਾਲਤ ਦੇ ਵਿੱਚ ਜਪਿਆ ਨਹੀਂ ਜਾਂਦਾ। ਗੁਰਬਾਣੀ ਪੜ੍ਹਨ ਬੈਠਦੇ ਹਾਂ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਹੋ ਗਈ, ਕਦੋਂ ਸਮਾਪਤੀ ਹੋ ਗਈ, ਕਦੋਂ ਸ਼ੁਰੂਆਤ ਕੀਤੀ, ਕਦੋਂ ਸਮਾਪਤੀ ਹੋ ਗਈ, ਪਤਾ ਹੀ ਨਹੀਂ ਚੱਲਦਾ। ਤੇ ਸਾਡੇ ਨਾਲ ਵੀ ਇੱਦਾਂ ਹੀ ਹੁੰਦਾ ਸੀਗਾ। ਤੇ ਤੁਸੀਂ ਨਾ ਧਿਆਨ ਦਿਓ, ਥੋੜ੍ਹਾ ਜਿਹਾ ਆਪਣੇ ਸਾਰੇ ਦਿਨ ਦੀ ਚਾਲ ਨੂੰ ਸਮਝਿਓ ਕਿ ਤੁਸੀਂ ਪੂਰਾ ਦਿਨ ਕੀ ਕਰਦੇ ਹੋ। ਸਵੇਰੇ ਉੱਠਣ ਤੋਂ ਲੈ ਕੇ ਤੇ ਰਾਤ ਤੱਕ, ਜਦੋਂ ਤੱਕ ਦਿਮਾਗ ਚੱਲ ਰਿਹਾ ਹੈ, ਸੋਚਣਾ ਕਿ ਜ਼ਿਆਦਾ ਸਮਾਂ ਕਿੱਧਰ ਨੂੰ ਲੱਗ ਰਿਹਾ, ਤੇ ਤੁਸੀਂ ਹੈਰਾਨ ਹੋਣਾ ਜਿੱਧਰ ਜ਼ਿਆਦਾ ਸਮਾਂ ਲੱਗਦਾ ਨਾ, ਉੱਧਰ ਹੀ ਇਹ ਸੁਰਤੀ ਹਰ ਕਾਰਜ ਕਰਨ ਵੇਲੇ ਉੱਧਰ ਨੂੰ ਹੀ ਲੱਗ ਜਾਂਦੀ। ਕਿਉਂ ਹੁਣ ਸੋਚਾਂ 'ਚ ਘਿਰਿਆ ਰਹਿੰਦਾ ਮਨ ਪਾਠ ਵੇਲੇ? ਕਿਉਂਕਿ ਇਸ ਤੋਂ ਇੱਕ ਗੱਲ ਸਾਬਿਤ ਹੁੰਦੀ ਆ ਕਿ ਸਾਡਾ ਸਾਰਾ ਦਿਨ ਉਹਨਾਂ ਚੀਜ਼ਾਂ 'ਚ ਹੀ ਗੁਜ਼ਰਦਾ ਜਿਹੜੀਆਂ ਚੀਜ਼ਾਂ ਉਸ ਸਮੇਂ ਪਾਠ ਕਰਨ ਵੇਲੇ ਤੁਹਾਡੇ ਅੱਗੇ ਅੱਗੇ ਆ ਰਹੀਆਂ। ਹੁਣ ਮੰਨ ਲਓ ਤੁਸੀਂ ਜੋਬ ਕਰਦੇ ਹੋ ਜਾਂ ਕੁਛ ਵੀ ਕਰਦੇ ਹੋ, ਤੇ ਬਹੁਤ ਰੇਅਰਲੀ ਹੁੰਦਾ ਕਿ ਤੁਹਾਡਾ ਧਿਆਨ ਸਕੂਲ ਟਾਈਮ ਵੱਲ ਚਲਾ ਜਾਵੇ। ਜਦੋਂ ਤੁਸੀਂ ਛੋਟੇ ਸੀ, ਜਦੋਂ ਤੁਸੀਂ 5ਵੀਂ ਕਲਾਸ 'ਚ ਸੀਗੇ, 8ਵੀਂ ਕਲਾਸ 'ਚ ਸੀਗੇ, ਬਹੁਤ ਰੇਅਰ ਹੋਊਗਾ, ਕਦੀ ਆ ਚਲਾ ਜਾਵੇ ਤਾਂ ਚਲਾ ਜਾਵੇ। ਪਰ ਜ਼ਿਆਦਾਤਰ ਕਿੱਦਾਂ ਰਹਿੰਦਾ? ਜ਼ਿਆਦਾਤਰ ਜੇ ਤੁਸੀਂ ਆਪਣਾ ਸਮਾਂ ਜੋਬ 'ਚ ਦੇ ਰਹੇ ਹੋ ਜਾਂ ਕਿਸੇ ਘਰ ਦੇ ਕਿਸੇ ਮਸਲਿਆਂ 'ਚ ਦੇ ਰਹੇ ਹੋ, ਜਾਂ ਫਿਰ ਸੋਸ਼ਲ ਲਾਈਫ ਜ਼ਿਆਦਾ ਆ ਜਾਂ ਕੁਛ ਵੀ ਆ, ਜਿਸ ਮੈਟਰ ਵੱਲ ਤੁਹਾਡਾ ਜ਼ਿਆਦਾ ਧਿਆਨ ਆ, ਤੁਸੀਂ ਅਕਸਰ ਦੇਖਿਆ ਹੋਣਾ ਤੁਹਾਨੂੰ ਸੁਪਨੇ ਵੀ ਉੱਦਾਂ ਦੇ ਆਉਣਗੇ ਜਿਸ ਮਾਹੌਲ ਦੇ ਵਿੱਚ ਤੁਸੀਂ ਜ਼ਿਆਦਾ ਰਹਿੰਦੇ ਹੋ। ਜਿਨ੍ਹਾਂ ਬਿਰਤੀਆਂ ਦੇ ਨਾਲ ਤੁਹਾਡੀ ਜ਼ਿਆਦਾ ਸਾਂਝ ਆ, ਜਿਨ੍ਹਾਂ ਦੀ ਗੱਲ ਤੁਹਾਡੇ ਅੰਦਰ ਹਰ ਰੋਜ਼ ਹੋ ਰਹੀ ਆ, ਤੇ ਕਦੀ ਕਦੀ ਸੁਪਨੇ ਵੀ ਉਹਨਾਂ ਦੇ ਹੀ ਆਉਣਗੇ, ਤੇ ਹਰ ਵੇਲੇ ਧਿਆਨ ਵੀ ਉੱਥੇ ਹੀ ਰਹੇਗਾ, ਚਾਹੇ ਕੁਛ ਵੀ ਕਰੀ ਜਾਓ। ਤੇ ਸਕੂਲ ਵੱਲ ਕਿਉਂ ਨਹੀਂ ਧਿਆਨ ਜਾਂਦਾ, ਜਾਂ ਬਹੁਤ ਰੇਅਰਲੀ ਕਿਉਂ ਜਾਂਦਾ? ਕਿਉਂਕਿ ਹੁਣ ਸਮਾਂ ਬਦਲ ਚੁੱਕਿਆ, ਹੁਣ ਵਿਅਕਤੀ ਬਦਲ ਚੁੱਕੇ ਆ, ਹੁਣ ਬਿਰਤੀਆਂ ਬਦਲ ਚੁੱਕੀਆਂ, ਹੁਣ ਉਹਨਾਂ ਦੀ ਜਗ੍ਹਾ ਨਵੇਂ ਮਾਹੌਲ ਨੇ ਲੈ ਲਈ। ਹੁਣ ਉਹ ਮਾਹੌਲ ਨਹੀਂ ਰਿਹਾ। ਠੀਕ ਉਸੇ ਤਰ੍ਹਾਂ ਜੇ ਤੁਸੀਂ ਅੰਮ੍ਰਿਤ ਵੇਲਾ ਕਰਨ ਤੋਂ ਬਾਅਦ, ਨਿਤਨੇਮ ਕਰਨ ਤੋਂ ਬਾਅਦ ਜੇ ਵਾਹਿਗੁਰੂ ਸਿਮਰਨ ਨਹੀਂ ਕੀਤਾ, ਤੇ ਤੁਹਾਡੇ ਅੰਦਰ ਦਾ ਮਾਹੌਲ ਵੀ ਚੇਂਜ ਹੋ ਜਾਣਾ, ਉਹ ਵੀ ਬਦਲ ਜਾਣਾ। ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਅਸੀਂ ਕੀ ਸਾਰਾ ਦਿਨ ਇਹ ਸੋਚ ਸਕਦੇ ਹਾਂ ਕਿ ਅਸੀਂ ਸਕੂਲ ਵਾਲੇ ਮਾਹੌਲ 'ਚ ਰਹੀਏ, ਉੱਧਰ ਆਪਣੇ ਹਿਰਦੇ ਨੂੰ ਉਹਨਾਂ ਯਾਦਾਂ 'ਚ ਹੀ ਰੱਖੀਏ? ਕਦੀ ਵੀ ਨਹੀਂ ਰੱਖ ਸਕਦੇ, ਕਿਉਂਕਿ ਹੁਣ ਸਮਾਂ ਬਦਲ ਚੁੱਕਿਆ। ਉਸੇ ਤਰ੍ਹਾਂ
ਤੁਸੀਂ ਆਪਣੇ ਅੰਦਰ ਦੀ ਰੁੱਤ ਨੂੰ ਕਦੇ ਬਦਲਣ ਨਹੀਂ ਦੇਣਾ। ਹਰ ਸਮੇਂ ਵਾਹਿਗੁਰੂ ਵਾਹਿਗੁਰੂ ਜਪਦੀ ਰਹੇ, ਹਰ ਸਮੇਂ। ਜੇ ਗੁਰਬਾਣੀ ਪੜ੍ਹਨ ਲੱਗਿਆਂ ਸੁਰਤ ਹੋਰਨਾਂ ਸੋਚਾਂ 'ਚ ਜਾ ਰਹੀ ਹੈ ਨਾ, ਇਹਦਾ ਮਤਲਬ ਕੀ ਆ ਕਿ ਜਪਿਆ ਨਹੀਂ। 100% ਆਏ ਨਹੀਂ ਜਪਿਆ। ਨਿਤਨੇਮ ਕਰਨ ਤੋਂ ਬਾਅਦ, ਅੰਮ੍ਰਿਤ ਵੇਲਾ ਕਰਨ ਤੋਂ ਬਾਅਦ ਹਮੇਸ਼ਾ ਹੀ ਸਿਮਰਨ 'ਚ ਰਹਿਣਾ। ਜਦੋਂ ਤੁਸੀਂ ਕਰਕੇ ਦੇਖਿਓ, ਪ੍ਰੈਕਟੀਕਲ ਕਰਿਓ। 2 ਦਿਨ ਵੀ ਜੇ ਤੁਸੀਂ ਇਸ 'ਤੇ ਅਮਲ ਕਰ ਲਿਆ ਨਾ, ਤੇ ਬਹੁਤ ਆ, ਤੁਹਾਨੂੰ ਸਮਝ ਆ ਜਾਣੀ ਕਿ ਇਹ ਸਭ ਕਿਉਂ ਹੋ ਰਿਹਾ। ਫਿਰ ਉਸ ਤੋਂ ਬਾਅਦ ਜੋ ਆਨੰਦ ਆਊਗਾ ਗੁਰਬਾਣੀ ਪੜ੍ਹਨ ਦਾ, ਇੱਕ ਇੱਕ ਤੁਕ ਸਮਝ ਆਊਗੀ, ਅੰਦਰ ਦਾ ਮੌਸਮ ਹੀ ਚੇਂਜ ਹੋ ਜਾਣਾ। ਕਿਉਂਕਿ ਸੁਰਤ ਅਵੇਸਲੀ ਨਹੀਂ ਹੋਈ, ਇਹ ਵਿਹਲੀ ਨਹੀਂ ਬੈਠੀ, ਇਹਦੀ ਜ਼ੁਬਾਨ ਜਪਦੀ ਰਹੀ। ਹਿਰਦੇ ਨੂੰ ਵੀ, ਹਿਰਦਾ ਜੇ ਬਾਹਰ ਵੀ ਤੁਰਿਆ ਫਿਰਦਾ ਰਿਹਾ ਤਾਂ ਵੀ ਵਿੱਚ ਆਉਂਦਾ ਰਿਹਾ ਵਾਪਸ, ਕਿਉਂਕਿ ਕਿਤੇ ਨਾ ਕਿਤੇ ਪਤਾ ਸੀ ਕਿ ਜੋ ਜ਼ੁਬਾਨ ਜਪ ਰਹੀ ਆ ਉਹ ਸੱਚਾ ਆ, ਇਹਦੇ ਕੋਲ ਰਹਿਣਾ। ਸੋ ਨਿਤਨੇਮ ਕਰਨ ਤੋਂ ਬਾਅਦ, ਅੰਮ੍ਰਿਤ ਵੇਲਾ ਕਰਨ ਤੋਂ ਬਾਅਦ ਕਦੇ ਵੀ ਅਵੇਸਲੇ ਨਹੀਂ ਹੋਣਾ। ਜਿਹੜਾ ਯੋਧਾ ਹੁੰਦਾ ਨਾ, ਯੋਧਾ ਕਹਿੰਦੇ ਨੇ, ਉਹ ਕਦੀ ਵੀ ਹਥਿਆਰ ਨੂੰ ਆਪਣੇ ਤੋਂ ਪਾਸੇ ਨਹੀਂ ਰੱਖਦਾ। ਹਥਿਆਰ ਹੀ ਉਹਦਾ ਸਭ ਕੁਛ ਹੈ। ਉਸੇ ਤਰ੍ਹਾਂ ਇਹ ਜਿਹੜਾ ਅੰਦਰ ਦਾ ਹਿਰਦਾ ਹੈ ਨਾ, ਜੇ ਇਹਨੂੰ ਉਸ ਕਾਰਜ ਲਈ ਹਰ ਵੇਲੇ ਨਹੀਂ ਵਰਤਿਆ ਜੋ ਇਹਦਾ ਅਸਲ ਕਾਰਜ ਆ, ਫਿਰ ਇਹਦੇ ਅੰਦਰ ਦਾ ਮੌਸਮ ਬਦਲ ਜਾਣਾ। ਫਿਰ ਨਿਤ ਨਵੇਂ ਲੋਕ ਮਿਲਦੇ ਨੇ, ਨਵੇਂ ਇਸ਼ੂਜ਼ ਖੜੇ ਹੁੰਦੇ ਨੇ ਅੰਦਰ, ਉਹਨਾਂ ਦੇ ਵਿੱਚ ਹੀ ਗਲਤਾਨ ਹੋਇਆ ਰਹਿੰਦਾ 24 ਘੰਟੇ, ਫਾਲਤੂ ਦੀਆਂ ਟੈਨਸ਼ਨਾਂ। ਸੋ ਇਹ ਸਭ ਤੋਂ ਬਾਹਰ ਨਿਕਲਣਾ ਹੈ। ਜੇ ਵਿਹਲਾ ਆ ਤੇ ਕੋਈ ਵੀਡੀਓ ਦੇਖ ਲਈ, ਕੋਈ ਹੋਰ ਆਡੀਓ ਸੁਣ ਲਈ ਜਿਹਦੇ 'ਚ ਕਿਸੇ ਦੇ ਔਗਣਾਂ ਦੀ ਗੱਲ ਹੋ ਰਹੀ ਆ, ਕੋਈ ਕਿਸੇ ਨੂੰ ਬੁਰਾ ਭਲਾ ਕਹਿ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸੋ ਜਦੋਂ ਅਸੀਂ ਇਹ ਸਭ ਸੁਣਦੇ ਰਹਿੰਦੇ ਹਾਂ, ਸਾਰਾ ਦਿਨ ਇਸ ਚਿੱਕੜ 'ਚ ਹੀ ਵੜੇ ਰਹਿੰਦੇ ਹਾਂ, ਵਾਹਿਗੁਰੂ ਸਿਮਰਨ ਨਹੀਂ ਕਰਦੇ, ਹਰ ਵੇਲੇ ਦਾ ਸਿਮਰਨ ਨਹੀਂ ਕਰਦੇ, ਹਰ ਵੇਲੇ ਉਹਨੂੰ ਨਹੀਂ ਧਿਆਉਂਦੇ, ਤੇ ਫਿਰ ਸੱਚਾਈ ਸਾਹਮਣੇ ਆਉਂਦੀ ਆ। ਫਿਰ ਜਦੋਂ ਤੁਸੀਂ ਗੁਰਬਾਣੀ ਪੜ੍ਹਨ ਬੈਠਦੇ ਹੋ, ਧਿਆਨ ਹਮੇਸ਼ਾ ਉਸੇ ਰੌਲੇ 'ਚ ਹੀ ਤੁਰਿਆ ਫਿਰਦਾ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਆ, ਇਹ ਇੱਕ ਪ੍ਰੇਰਣਾ ਦੇ ਰਹੀ ਆ। ਜੇ ਗੁਰਬਾਣੀ ਪੜ੍ਹਦਿਆਂ ਧਿਆਨ ਉਸੇ ਸੋਚਾਂ 'ਚ ਹੀ ਆ ਜੋ ਤੁਸੀਂ ਰੋਜ਼ ਕਰ ਰਹੇ ਹੋ, ਇਹ ਅਸਲ ਦੇ ਵਿੱਚ ਤੁਹਾਨੂੰ ਦੱਸ ਰਹੀ ਆ ਵੀ ਪਿਆਰਿਆ, ਤੂੰ ਸਾਰਾ ਦਿਨ ਕੀ ਕਰ ਰਿਹਾ ਸੀ। ਇਹ ਦੱਸ ਰਹੀ ਆ ਰੂਹ ਨੂੰ ਕਿ ਤੂੰ ਸਾਰਾ ਦਿਨ ਕੀ ਕੀਤਾ। ਇਹ ਉਹਦਾ ਰਿਜ਼ਲਟ ਆ। ਤੁਸੀਂ 2 ਦਿਨ ਸਿਮਰਨ ਕਰਕੇ ਦੇਖ ਲਿਓ ਸਾਰਾ ਦਿਨ। ਫਿਰ ਜ਼ਰੂਰੀ ਨਹੀਂ ਕਿ ਵਾਹਿਗੁਰੂ ਸਿਮਰਨ ਹੀ ਕਰਨਾ। ਚੌਪਈ ਸਾਹਿਬ ਕਰ ਲਓ, ਜਪਜੀ ਸਾਹਿਬ ਕਰ ਲਓ, ਮੂਲ ਮੰਤਰ ਕਰ ਲਓ, ਗੁਰਮੰਤਰ ਜਪ ਲਓ, ਪਰ ਗੱਲ ਉੱਥੇ ਨਿਬੜਦੀ ਕਿ ਧਿਆਨ ਵਾਹਿਗੁਰੂ ਵੱਲ ਹੋਵੇ। ਜਦੋਂ ਹਰ ਵੇਲੇ ਹੀ ਸਿਮਰਨ 'ਚ ਰਹੋਗੇ ਨਾ, ਤੇ ਫਿਰ ਉਡੀਕੋਗੇ, ਰਹਿਰਾਸ ਵੇਲੇ ਨੂੰ ਉਡੀਕੋਗੇ, ਫਿਰ ਉਡੀਕੋਗੇ ਕੀਰਤਨ ਸੋਲੇ ਨੂੰ, ਫਿਰ ਅੰਮ੍ਰਿਤ ਵੇਲੇ ਨੂੰ ਉਡੀਕੋਗੇ। ਉੱਠ ਕੇ ਦੇਖੋਗੇ ਕਿਤੇ ਟਾਈਮ ਤਾਂ ਨਹੀਂ ਲੰਘ ਗਿਆ। ਹੁਣ ਤਾਂ ਤੁਸੀਂ ਰੋਂਦੇ ਕੁਰਲਾਉਂਦੇ ਹੋ ਨਾ ਕਿ ਹੇ ਵਾਹਿਗੁਰੂ ਮੈਨੂੰ ਦੇ ਦੇ। ਫਿਰ ਇਹ ਵੇਲੇ, ਜਿਹੜੇ ਵੇਲੇ ਗੁਰਬਾਣੀ 'ਚ ਲੰਘਣੇ ਆ, ਉਹ ਵਾਲੇ ਵੇਲੇ ਤੁਹਾਨੂੰ ਆਪ ਖਿੱਚਣਗੇ ਕਿ ਆ ਜਾ ਮੇਰੇ ਕੋਲ। ਫਿਰ ਤੁਹਾਡਾ ਹਿਰਦਾ ਆਪਣੇ ਆਪ ਕਹੂਗਾ
ਕਿ ਬਸ ਉਹ ਵੇਲਾ ਆ ਜਾਵੇ ਜਦੋਂ ਮੈਂ ਉਹਦੀ ਉਸਤਤ ਦੇ ਵਿੱਚ ਹੋਰ ਜ਼ਿਆਦਾ ਲੱਗ ਜਾਵਾਂ, ਜੋ ਮੇਰਾ ਨਿੱਤ ਦਾ ਕਾਰਜ ਆ। ਸੋ ਅੰਦਰ ਦੇ ਮੌਸਮ ਫਿਰ ਉਸ ਢੰਗ ਦੇ ਨਾਲ ਬਦਲਣਗੇ, ਜਿਸ ਢੰਗ ਦੇ ਨਾਲ ਜਾਂ ਜਿਸ ਕਾਰਜ ਲਈ ਤੁਸੀਂ ਆਏ ਹੋ। ਸੋ ਕਦੇ ਵੀ ਅਵੇਸਲੇ ਨਹੀਂ ਹੋਣਾ। ਨਿਤਨੇਮ ਕਰ ਲਿਆ ਤਾਂ ਬਸ ਠੀਕ ਆ, ਫਿਰ ਉਹੀ ਨਿੱਤ ਦੀ ਚਾਲ, ਵੀਡੀਓਜ਼, ਆਡੀਓਜ਼, ਕਿਸੇ ਦੀ ਨਿੰਦਿਆ ਸੁਣ ਰਹੇ ਹਾਂ, ਕਦੀ ਕਰ ਰਹੇ ਹਾਂ, ਕਦੀ ਕਿਸੇ ਦੇ ਔਗਣ ਫਰੋਲ ਰਹੇ ਹਾਂ, ਕਦੀ ਕੁਛ ਆ, ਕਦੀ ਕੁਛ ਆ, ਕਦੀ ਬਸ ਕਿਸੇ ਨੂੰ ਸਮਝਾਉਣ ਹੀ ਤੁਰੇ ਹਾਂ। ਸਾਰਾ ਦਿਨ ਸਮਝਾਉਣ 'ਚ ਲੰਘ ਜਾਂਦਾ। ਸੋ ਇੱਦਾਂ ਨਹੀਂ ਕਰਨਾ। ਖੁਦ ਲਈ ਸਮਾਂ ਕੱਢਣਾ, ਰੂਹ ਨੂੰ ਖੁਦ ਲਈ ਸਮਾਂ ਮਿਲੇ, ਜਿਹਦੇ 'ਚ ਵਾਹਿਗੁਰੂ ਦੇ ਨਾਲ ਗੱਲਾਂ ਕਰੇ ਰੂਹ। ਜੇ ਤੁਹਾਡਾ ਸਾਰਾ ਦਿਨ ਇੱਦਾਂ ਨਿਕਲ ਰਿਹਾ ਹੈ ਨਾ ਸਿਮਰਨ 'ਚ, ਅਤੇ ਫਿਰ ਜਦੋਂ ਤੁਸੀਂ ਰਹਿਰਾਸ ਵੇਲੇ ਬੈਠੋਗੇ, ਨਿਤਨੇਮ ਵੇਲੇ ਬੈਠੋਗੇ ਸਵੇਰੇ, ਫਿਰ ਤੁਹਾਡੀ ਸੁਰਤੀ ਬਾਹਰ ਨਹੀਂ ਜਾਊਗੀ। ਇਹ ਪੱਕੀ ਮੋਹਰ ਆ, ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲੈਣਾ। ਅਤੇ ਦੂਜਾ ਸਵਾਲ ਸੀਗਾ ਇੱਕ ਬਹੁਤ ਹੀ ਪਿਆਰੀ ਰੂਹ ਦਾ। ਉਹ ਵੀਰ ਜੀ ਕਹਿ ਰਹੇ ਸੀਗੇ ਕਿ ਗੁਰੂ ਦੇ ਨਾਲ ਪ੍ਰੇਮ ਸਾਡਾ ਕਿਉਂ ਨਹੀਂ ਹੁੰਦਾ। ਸਾਡਾ ਪ੍ਰੇਮ ਗੁਰੂ ਨਾਲ ਕਿਉਂ ਨਹੀਂ ਹੁੰਦਾ। ਵੇਖੋ, ਭਾਵੇਂ ਕਰਮਾਂ ਦੀਆਂ ਖੇਡਾਂ ਨੇ, ਕਰਮਾਂ ਦੀਆਂ ਹੀ ਨੇ, ਪਰ ਫਿਰ ਵੀ ਹਰ ਚੀਜ਼ ਦੇ ਪਿੱਛੇ ਨਾ ਇੱਕ ਰੀਜ਼ਨ ਹੁੰਦਾ। ਹਰ ਚੀਜ਼ ਦੇ ਪਿੱਛੇ, ਭਾਵੇਂ ਹਰ ਚੀਜ਼ ਦੇ ਪਿੱਛੇ ਇੱਕ ਹੀ ਰੀਜ਼ਨ ਆ, ਉਹਦੀ ਕਿਰਪਾ ਆ। ਭਾਵੇਂ ਉਹਦੀ ਕਿਰਪਾ ਹੋਵੇ ਤੇ ਕੂੜ ਚੋਂ ਇਨਾਮ ਕੱਢ ਕੇ ਦੇ ਦੇਵੇ, ਉਹ ਗੱਲ ਵੱਖਰੀ ਆ ਤੇ ਹੈ ਵੀ ਸੱਚ ਆ। ਪਰ ਕਿਤੇ ਨਾ ਕਿਤੇ ਜੇ ਸੰਗਤ ਦਾ ਅਸਰ ਨਹੀਂ ਹੋ ਰਿਹਾ ਨਾ, ਤੇ ਫਿਰ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ। ਪਰ ਇਹ ਜੋ ਹੁਣ ਗੁਰੂ ਸਾਹਿਬ ਕਹਿਲਵਾ ਰਹੇ ਆ, ਉਮੀਦ ਹੈ ਇਹਨੂੰ ਜੇ ਪਕੜ ਲਵਾਂਗੇ ਤੇ ਹੋ ਸਕਦਾ ਅੰਦਰ ਦੇ ਮੌਸਮ ਚੇਂਜ ਹੋ ਜਾਣ। ਸੋ ਦੇਖੋ, ਸਾਡਾ ਪ੍ਰੇਮ ਕਿਉਂ ਨਹੀਂ ਪੈਂਦਾ? ਕਿਉਂਕਿ ਅਸੀਂ ਸਭ ਕੁਝ ਫੀਲ ਕਰ ਰਹੇ ਹਾਂ, ਸਭ ਕੁਝ। ਕਿਤੋਂ ਕਿਸੇ ਦੀ ਚੰਗਿਆਈ ਨੂੰ ਫੀਲ ਕਰ ਰਹੇ ਹਾਂ, ਕਦੀ ਕਿਸੇ ਦੀ ਬੁਰਿਆਈ ਨੂੰ ਫੀਲ ਕਰ ਰਹੇ ਹਾਂ, ਪਰ ਵਾਹਿਗੁਰੂ ਨੂੰ ਫੀਲ ਨਹੀਂ ਕਰ ਰਹੇ ਉਸ ਢੰਗ ਨਾਲ ਜਿਸ ਢੰਗ ਨਾਲ ਕਰਨਾ ਚਾਹੀਦਾ ਸੀ। ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ। ਹੁਣ ਤੁਸੀਂ ਦੇਖੋ, ਇੱਕ ਬੱਚੇ ਦਾ ਜਨਮ ਹੋਇਆ, 2 ਦਿਨ ਦਾ ਬੱਚਾ, ਉਹਨੂੰ ਨਹੀਂ ਪਤਾ ਮਾਂ ਕਿਹੜੀ ਆ, ਨਹੀਂ ਪਤਾ ਉਹਨੂੰ। ਜਿਉਂ-ਜਿਉਂ ਦਿਨ ਲੰਘਦੇ ਜਾਂਦੇ ਬੱਚੇ ਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਦਾ ਪਤਾ ਲੱਗਦਾ ਕਿ ਇਹ ਉਹ ਰੂਹ ਆ ਜਿਹੜੀ ਮੇਰੀ ਆ, ਜਾਂ ਕਹਿ ਲਓ ਇਸ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹ ਜਿਹੜਾ ਉਸ ਬੱਚੇ ਦਾ ਆਪਣੀ ਮਾਂ ਦੇ ਨਾਲ ਅਟੈਚਮੈਂਟ ਆ, ਉਸ ਵੇਲੇ ਬਾਅਦ 'ਚ ਤਾਂ ਫਿਰ ਸਿਆਣਾ ਹੋ ਜਾਂਦਾ ਨਾ ਥੋੜ੍ਹਾ ਜਿਹਾ, ਅਤੇ ਮਾਹੌਲ ਥੋੜ੍ਹਾ ਚੇਂਜ ਹੋ ਜਾਂਦਾ। ਪਰ ਉਹ ਜਿਹੜੀ ਅਟੈਚਮੈਂਟ ਆ ਨਾ, ਉਹਨੂੰ ਤੁਸੀਂ ਗੌਰ ਨਾਲ ਦੇਖਿਓ, ਸੋਚਿਓ ਕਦੇ। ਬੇਜ਼ੁਬਾਨ ਜਿਹੀ ਇੱਕ ਅਟੈਚਮੈਂਟ ਆ ਬੱਚੇ ਦੀ ਮਾਂ ਦੇ ਨਾਲ। ਉਹਦਾ ਰੀਜ਼ਨ ਖੋਜਿਓ ਕਿ ਕਿਉਂ ਆ, ਫਿਰ ਸਾਰੀ ਕਹਾਣੀ ਸਮਝ ਆ ਜਾਣੀ। ਬੱਚੇ ਨੂੰ ਕਿਤੇ ਨਾ ਕਿਤੇ ਆਪਣੀ ਮਾਂ ਦੇ ਔਗਣ ਨਹੀਂ ਦਿਖੇ, ਕਿਤੇ ਨਾ ਕਿਤੇ ਦੇਖ ਲਿਓ।
ਉਹ ਬੱਚਾ ਕਿਉਂ ਅਟੈਚ ਹੈ ਮਾਂ ਦੇ ਨਾਲ, ਉਹਨੂੰ ਕਿਤੇ ਨਾ ਕਿਤੇ ਉਹਦੇ ਗੁਣ ਦਿਖੇ, ਕਿਤੇ ਨਾ ਕਿਤੇ ਉਹ ਕੇਅਰ ਦਿਖੀ ਜਿਹੜੀ ਹੋਰ ਕੋਈ ਨਹੀਂ ਕਰ ਰਿਹਾ ਉਹਦੇ ਲਈ ਪੂਰੀ ਦੁਨੀਆ 'ਚ। ਭਾਵੇਂ ਉਹਨੂੰ ਬੋਲਣਾ ਨਹੀਂ ਆਉਂਦਾ, ਭਾਵੇਂ ਉਹਨੂੰ ਕੋਈ ਸਮਝ ਨਹੀਂ ਆ, ਪਰ ਮਾਂ ਦੇ ਗੁਣ ਦੇਖ ਕੇ, ਮਾਂ ਦੀ ਕੇਅਰ ਦੇਖ ਕੇ, ਮਾਂ ਦਾ ਲਾਡ ਪਿਆਰ ਦੇਖ ਕੇ ਉਹਦੇ 'ਚ ਮਾਂ ਦੇ ਲਈ ਪ੍ਰੇਮ ਪੈਦਾ ਹੋ ਗਿਆ। ਜਿਵੇਂ ਮਾਂ ਉਹਨੂੰ ਪਸੰਦ ਆ, ਉਹਨਾਂ ਪਿਤਾ ਨਾਲ ਵੀ ਨਹੀਂ ਹੁੰਦਾ ਉਸ ਟਾਈਮ 'ਤੇ। ਬਾਅਦ 'ਚ ਸਾਨੂੰ, ਚਲੋ ਉਸ ਬਾਰੇ ਫਿਰ ਗੱਲ ਕਰਾਂਗੇ ਕਿ ਬਾਅਦ 'ਚ ਕੀ ਹੁੰਦਾ, ਪਰ ਉਹ ਜਿਹੜੇ ਪਹਿਲੇ ਮਹੀਨੇ ਆ ਨਾ, ਜਦੋਂ ਬੱਚੇ ਨੂੰ ਸਮਝ ਲੱਗਦੀ ਆ, ਜਦੋਂ ਥੋੜ੍ਹਾ ਥੋੜ੍ਹਾ ਪਤਾ ਲੱਗਦਾ, ਉਸ ਸਮੇਂ ਨੂੰ ਸਮਝਿਓ ਕਿਉਂ ਪ੍ਰੇਮ 'ਚ ਪੈਂਦਾ ਬੱਚਾ ਮਾਂ ਦੇ, ਕਿਉਂਕਿ ਉਹਦੇ ਗੁਣ ਦਿਸਦੇ ਨੇ, ਉਹਦੀ ਕੇਅਰ ਦਿਸਦੀ ਆ, ਉਹਦਾ ਪਿਆਰ ਦਿਸਦਾ ਹੈ। ਤੇ ਸਾਨੂੰ ਵਾਹਿਗੁਰੂ ਦੇ ਨਾਲ ਪ੍ਰੇਮ ਕਿਉਂ ਨਹੀਂ ਆ? ਕਿਉਂਕਿ ਸਾਨੂੰ ਉਹਦੇ ਗੁਣ ਨਹੀਂ ਦਿਸ ਰਹੇ, ਸਾਨੂੰ ਕੁਛ ਨਹੀਂ ਦਿਸ ਰਿਹਾ ਉਹਦਾ। ਭਾਵੇਂ ਬਾਣੀ ਪੜ੍ਹ ਲੈਂਦੇ ਆ, ਸਭ ਕੁਛ ਲਿਖਿਆ ਹੈ ਬਾਣੀ 'ਚ, ਬਾਣੀ ਪੂਰੀ ਆ, ਪੂਰਨ ਹੈ ਬਾਣੀ। ਹਮੇਸ਼ਾ ਯਾਦ ਰੱਖਿਓ, ਜੇ ਤੁਹਾਨੂੰ ਕਿਸੇ ਦੇ ਨਾਲ ਤੁਹਾਡੀ ਰੂਹ ਅਟੈਚ ਆ, ਜੇ ਕਿਸੇ ਦੇ ਨਾਲ ਪ੍ਰੇਮ 'ਚ ਆ, ਤਾਂ ਉਹਦੇ ਗੁਣਾਂ ਤੋਂ ਪ੍ਰਭਾਵਿਤ ਹੋਵੇਗੀ, ਕਿਤੇ ਨਾ ਕਿਤੇ ਉਸ ਤੋਂ ਮਿਲਦੀ ਹੋਈ ਕੇਅਰ ਨਾਲ ਪ੍ਰਭਾਵਿਤ ਹੋਵੇਗੀ, ਉਸ ਤੋਂ ਮਿਲਦੇ ਪਿਆਰ ਨਾਲ ਪ੍ਰਭਾਵਿਤ ਹੋਊਗੀ, ਨਹੀਂ ਤਾਂ ਪ੍ਰੇਮ ਨਹੀਂ ਪੈਦਾ ਹੋਊਗਾ। ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਸਮਝਿਆ। ਫਿਰ ਹੱਲ ਕੀ ਆ? ਕਿਵੇਂ ਇਹ ਪ੍ਰੇਮ ਪਵੇ? ਮੈਂ ਅਕਸਰ ਕਹਿੰਦਾ ਹੁੰਦਾ, ਤੁਸੀਂ ਜੋ ਕਰ ਰਹੇ ਹੋ ਨਾ ਪੂਰਾ ਦਿਨ, ਬਸ ਦੇਖੀ ਜਾਓ ਤੇ ਉਹਦੇ 'ਚ ਵਾਹਿਗੁਰੂ ਨੂੰ ਖੋਜਣਾ ਸ਼ੁਰੂ ਕਰ ਦਿਓ। ਹਰ ਚੀਜ਼ 'ਚ ਵਾਹਿਗੁਰੂ ਨੂੰ ਖੋਜਣਾ ਸ਼ੁਰੂ ਕਰ ਦਿਓ। ਪਾਣੀ ਦਾ ਗਲਾਸ ਪੀਂਦੇ ਹੋ ਨਾ, ਸੋਚਣਾ ਪਾਣੀ ਕਿੱਥੋਂ ਆਇਆ, ਸੋਚਣਾ ਕਿੱਥੋਂ ਆਇਆ ਪਾਣੀ। ਜੇ ਪਾਣੀ ਟੂਟੀ ਨਲਕੇ ਤੋਂ ਲਿਆ ਹੈ ਨਾ, ਤੇ ਸੋਚਿਓ ਕਿੱਥੋਂ ਆ ਰਿਹਾ ਪਾਣੀ। ਇਹ ਉਸੇ ਮੂਲ 'ਚੋਂ ਹੀ ਆਇਆ ਜਿਹੜੀ ਉਹਨੇ ਸਾਜੀ ਆ, ਤੇ ਉਹਨੂੰ ਸਾਜ ਕੇ ਉਹ ਆਪ ਹੀ ਉਹਦੇ 'ਚ ਸਮਾ ਗਿਆ। ਫਿਰ ਤੁਸੀਂ ਦੇਖਿਓ ਤੁਹਾਨੂੰ ਕੌਣ ਪਾਲ ਰਿਹਾ ਹੈ। ਇਹ ਜੋ ਸਾਹ ਲੈ ਰਹੇ ਆ, ਅੰਦਰ ਫੇਫੜੇ ਕੰਮ ਕਰ ਰਹੇ ਆ, ਸਾਡੇ ਜੀਵਨ ਦਾ, ਸਾਡੇ ਸਾਹਾਂ ਦਾ ਆਧਾਰ ਕੌਣ ਆ? ਤੇ ਪਿੱਛੇ ਤੁਹਾਨੂੰ ਵਾਹਿਗੁਰੂ ਮਿਲੇਗਾ। ਪਾਣੀ ਪੀ ਰਹੇ ਹੋ ਤੇ ਪਾਣੀ ਕਿੱਥੋਂ ਆ ਰਿਹਾ? ਪਿੱਛੇ ਤੁਹਾਨੂੰ ਵਾਹਿਗੁਰੂ ਮਿਲੇਗਾ। ਮੰਜੇ ਤੇ ਬੈਠ ਰਹੇ ਹੋ, ਬੈੱਡ ਆ ਨਾ, ਸੋਚਿਓ ਕਿੱਥੋਂ ਆਇਆ? ਲੱਕੜ ਤੋਂ। ਲੱਕੜ ਕਿੱਥੋਂ ਬਣੀ ਆ? ਫਿਰ ਤੁਸੀਂ ਦੇਖਿਓ ਦੁਨੀਆ ਦੀ ਕੋਈ ਐਸੀ ਚੀਜ਼ ਤੁਹਾਨੂੰ ਲੱਭਣੀ ਨਹੀਂ ਜਿਹੜੀ ਵਾਹਿਗੁਰੂ ਤੋਂ ਨਹੀਂ ਆਈ। ਰੋਟੀ ਖਾਣ 'ਚ, ਬਹਿਣ 'ਚ, ਕਿਤੇ ਜਾਣ 'ਚ, ਹਰ ਚੀਜ਼ 'ਚ ਵਾਹਿਗੁਰੂ ਆ, ਹਰ ਚੀਜ਼ 'ਚ। ਜੇ ਕੋਈ ਸੁੰਦਰ ਦ੍ਰਿਸ਼ ਦੇਖ ਰਹੇ ਹੋ, ਪਰਬਤ ਦੇਖ ਰਹੇ ਹੋ, ਨਦੀਆਂ ਦੇਖ ਰਹੇ ਹੋ, ਦਰਖਤ ਦੇਖ ਰਹੇ ਹੋ, ਕੁਛ ਵੀ ਦੇਖ ਰਹੇ ਹੋ, ਪਿੱਛੇ ਵਾਹਿਗੁਰੂ ਆ। ਤੁਸੀਂ ਆਪਣੇ ਜੀਵਨ ਦੀ ਨਿੱਤ ਦੀ ਚਾਲ ਨੂੰ ਹੀ ਜੇ ਸਮਝ ਜਾਓ ਨਾ, ਤੇ ਵਾਹਿਗੁਰੂ ਤੋਂ ਤੁਹਾਡਾ ਧਿਆਨ ਹਟੇ ਹੀ ਨਾ ਕਦੀ ਵੀ। ਤੁਹਾਡਾ ਖਾਣਾ, ਤੁਹਾਡਾ ਪਹਿਨਣਾ,
ਜੇ ਕਦੀ ਠੰਡ ਦੇ ਵਿੱਚ ਵਾਹਿਗੁਰੂ ਨੇ ਕੋਈ ਰਜਾਈ ਦਿੱਤੀ ਹੈ, ਕੰਬਲ ਦਿੱਤਾ ਹੈ, ਸੋਚਿਓ ਕਿੱਦਾਂ ਬਣਿਆ ਹੈ ਕੰਬਲ। ਸੋਚਿਓ, ਨਹੀਂ ਪਤਾ ਤੇ ਗੂਗਲ ਕਰ ਲਿਓ ਕਿ ਕੰਬਲ ਕਿੱਦਾਂ ਬਣਦਾ, ਸ਼ੁਰੂਆਤ ਕਿੱਥੋਂ ਹੁੰਦੀ ਕੰਬਲ ਦੀ। ਤੁਹਾਨੂੰ ਹਰ ਚੀਜ਼ 'ਚ ਕੁਦਰਤ ਦਿਸੂਗੀ। ਫਿਰ ਯਾਦ ਰੱਖੋਗੇ ਕਿ ਐਡਾ ਵੱਡਾ ਪ੍ਰਬੰਧ, ਇੰਨੀ ਮਿਹਰ, ਇੰਨੀ ਕਿਰਪਾ ਕਿ ਇਹ ਸਾਰੇ ਸਾਜੋ ਸਮਾਨ, ਇਹ ਸਾਰੇ ਵਰਤਾਰੇ ਗੁਰੂ ਨੇ ਇਸੇ ਲਈ ਵਰਤਾਏ। ਉਸ ਅਕਾਲ ਪੁਰਖ ਨੇ ਇਸੇ ਲਈ ਹੀ ਇਹਨਾਂ ਨੂੰ ਬਣਾਇਆ ਕਿ ਤੇਰੀ ਸੇਵਾ 'ਚ ਉਤਰ ਸਕਣਾ ਇਹ ਸਭ ਚੀਜ਼ਾਂ। ਇਹ ਪਾਣੀ ਤੇਰੀ ਸੇਵਾ ਕਰ ਰਿਹਾ, ਤੂੰ ਕਰਜ਼ਦਾਰ ਆ ਇਸ ਪਾਣੀ ਦਾ, ਤੂੰ ਕਰਜ਼ਦਾਰ ਆ ਇਸ ਹਵਾ ਦਾ। ਫਿਰ ਆਪਣੇ ਆਪ ਨੂੰ ਲਾਹਨਤ ਪਊਗੀ ਕਿ ਇਸ ਵਾਹਿਗੁਰੂ ਨੇ ਤੇਰੇ ਲਈ ਹਰ ਚੀਜ਼ ਦਿੱਤੀ ਆ, ਤੂੰ ਜਪਦਾ ਕਿਉਂ ਨਹੀਂ ਆ? ਉਹ ਪਲ ਪਲ ਤੇਰੀ ਸੇਵਾ 'ਚ ਆ। ਇਸ ਕੁਦਰਤ ਦੇ ਵਿੱਚ ਬਣੀ ਇੱਕ ਇੱਕ ਚੀਜ਼ ਤੇਰੀ ਸੇਵਾ ਕਰ ਰਹੀ ਆ ਕਿ ਤੂੰ ਜਪ ਸਕੇ, ਤੈਨੂੰ ਕੋਈ ਘਾਟ ਨਾ ਮਹਿਸੂਸ ਹੋਵੇ। ਇਹ ਪੂਰੀ ਕੁਦਰਤ ਤੇਰੀ ਸੇਵਾ 'ਚ ਉਤਰੀ ਹੋਈ ਆ, ਪਰ ਤੂੰ ਤਾਂ ਕਿਤੇ ਹੋ ਰਹੀ ਆ। ਤੇਰੀ ਫੀਲਿੰਗ ਕਦੇ ਕਿਸੇ ਇਨਸਾਨ 'ਚ ਵੜੀ ਹੋਈ ਆ, ਕਦੇ ਕਿਸੇ ਇੱਕ ਨਾਮ ਮਿਲਣ ਵਾਲੀ ਚੀਜ਼ 'ਚ ਵੜੀ ਹੋਈ ਆ, ਪਰ ਵਾਹਿਗੁਰੂ ਦੇ ਗੁਣਾਂ ਨੂੰ ਸਮਝ ਨਹੀਂ ਰਹੀ। ਜਿੱਦਣੇ ਸਮਝ ਆ ਗਈ ਨਾ ਕਿ ਉਹ ਮੇਰਾ ਪਿਆਰਾ ਤਾਂ ਹਰ ਵੇਲੇ ਮੇਰੀ ਸੇਵਾ 'ਚ ਆ, ਤੇ ਸਭ ਤੋਂ ਜ਼ਿਆਦਾ ਲਾਡ ਉਹੀ ਲਡਾ ਰਿਹਾ। ਕਦੀ ਕਦੀ ਮੈਂ ਗੁੱਸੇ 'ਚ ਉਹਨੂੰ ਬੁਰਾ ਭਲਾ ਵੀ ਕਹਿ ਦਿੰਦਾ, ਕਦੀ ਉਹਦੇ ਤੋਂ ਨਾਰਾਜ਼ ਵੀ ਹੋ ਜਾਂਦਾ ਕਿ ਤੂੰ ਮੇਰੀ ਸੁਣਦਾ ਨਹੀਂ। ਮੈਂ ਕੁਛ ਵੀ ਕਰਾਂ, ਉਹ ਮੇਰੀ ਸੇਵਾ ਤੋਂ ਹਟ ਨਹੀਂ ਰਿਹਾ। ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਲਗਾਤਾਰ ਮੇਰੀ ਸੇਵਾ 'ਚ ਆ। ਜਦੋਂ ਇਹ ਸਭ ਅੰਦਰ ਘਰ ਕਰ ਗਿਆ ਨਾ, ਫਿਰ ਤੁਸੀਂ ਜਿੱਧਰ ਦੇਖੋਗੇ, ਇਹ ਅੱਖਾਂ ਜਿੱਧਰ ਦੇਖਣਗੀਆਂ, ਉੱਧਰ ਹੀ ਪ੍ਰੇਮ ਰੂਪ ਦੇ ਵਿੱਚ ਵਾਹਿਗੁਰੂ ਫੀਲ ਹੋਊਗਾ। ਪ੍ਰੇਮ ਰੂਪ ਦੇ ਵਿੱਚ ਅਕਸਰ ਕਹਿੰਦੇ ਆ ਨਾ ਕਿ ਗੁਰੂ ਦੇ ਦਰਸ਼ਨ ਕਿਵੇਂ ਹੁੰਦੇ ਆ। ਸਭ ਤੋਂ ਪਹਿਲਾ ਦਰਸ਼ਨ ਹੀ ਇਹੋ ਆ, ਜਦੋਂ ਉਹਦੇ ਗੁਣਾਂ ਦਾ ਪਤਾ ਲੱਗਦਾ। ਸਭ ਤੋਂ ਪਹਿਲਾ ਦਰਸ਼ਨ ਉਹੀ ਆ। ਇਸ ਤੋਂ ਪਹਿਲੇ ਦਰਸ਼ਨ ਨਹੀਂ ਹੈਗੇ ਕਿਤੇ ਵੀ। ਸਭ ਤੋਂ ਪਹਿਲੇ ਦਰਸ਼ਨ ਉਹਦੇ ਗੁਣਾਂ ਦੇ ਦਰਸ਼ਨ ਆ ਕਿ ਕਿਵੇਂ ਉਹ ਤੈਨੂੰ ਪਾਲ ਰਿਹਾ, ਕਿਵੇਂ ਉਹ ਤੇਰੇ ਨਾਲ ਆ, ਕਿਵੇਂ ਉਹ ਤੇਰੇ ਨਾਲ ਖੜਾ ਹੈ। ਉਹਦੇ ਨਾਲ ਹੋਣ ਦਾ ਅਹਿਸਾਸ ਸਭ ਤੋਂ ਪਹਿਲੇ ਦਰਸ਼ਨ ਆ। ਬਾਕੀ ਚੀਜ਼ਾਂ ਤੁਸੀਂ ਛੱਡ ਦਿਓ ਕਿ ਰੱਬ ਅੰਦਰ ਆ, ਬਾਹਰ ਆ, ਉਹ ਤਾਂ ਹੈਗਾ ਹੀ ਆ, ਪਰ ਸਭ ਤੋਂ ਪਹਿਲੇ ਦਰਸ਼ਨ ਉਹਦੇ ਗੁਣਾਤਮਕ ਦਰਸ਼ਨ ਆ। ਸਭ ਤੋਂ ਪਹਿਲਾਂ ਉਹਦੇ ਗੁਣ ਨਜ਼ਰ ਆਉਣਗੇ, ਤੇ ਜਦੋਂ ਉਹਦੇ ਗੁਣ ਨਜ਼ਰ ਆਉਣਗੇ ਨਾ, ਉਦੋਂ ਪਿਆਰ ਦੀ ਪਹਿਲੀ ਕਿਰਨ ਅੰਦਰ ਉਜਾਗਰ ਹੋਊਗੀ। ਉਦੋਂ ਪਤਾ ਲੱਗੂਗਾ ਕਿ ਮੇਰਾ ਪਿਆਰਾ ਮੇਰੇ ਲਈ ਕੀ ਕੀ ਕਰ ਰਿਹਾ। ਫਿਰ ਪ੍ਰੇਮ ਕਿਉਂ ਨਾ ਹੋਊਗਾ? ਸਭ ਤੋਂ ਜ਼ਿਆਦਾ ਪ੍ਰੇਮ ਹੀ ਇਹਦੇ ਨਾਲ ਹੋਊਗਾ। ਫਿਰ ਗੁਰੂ ਤੇ ਪਿਆਰ ਆਊਗਾ। ਫਿਰ ਸਮਝ ਆਊਗੀ ਕਿ ਮੈਨੂੰ ਗੁਰੂ ਦੀ ਸੰਗਤ ਕਿਉਂ ਮਿਲਾਈ ਹੋਈ ਆ। ਕਿਤੇ ਨਾ ਕਿਤੇ ਅਸੀਂ ਗੁਰੂ ਨੂੰ ਵੀ ਨਹੀਂ ਸਮਝਦੇ। ਸਾਡੇ ਕੋਲ ਖਜ਼ਾਨਾ ਆ ਗੁਰੂ ਦੇ ਰੂਪ ਦੇ ਵਿੱਚ। ਗੁਰੂ ਨਾਨਕ ਇੱਕ ਖਜ਼ਾਨਾ ਆ ਜਿਹੜਾ ਅਸੀਂ ਖੋਲ੍ਹਿਆ ਨਹੀਂ ਕਦੇ। ਜਿਸ ਦਿਨ ਪਤਾ ਲੱਗ ਗਿਆ ਨਾ ਕਿ ਮੇਰਾ ਗੁਰੂ ਸਭ ਤੋਂ ਵੱਡਾ ਆ, ਮੇਰਾ ਗੁਰੂ ਸਭ ਤੋਂ ਸਮਰੱਥ ਆ, ਮੇਰਾ ਗੁਰੂ ਸਭ ਕੁਝ ਕਰ ਸਕਦਾ ਹੈ, ਤੇ ਕਿਵੇਂ
ਸੰਗਤ ਬਣ ਕੇ ਉਹ ਨਾਲ ਆ। ਇੱਕ ਇੱਕ ਚੀਜ਼ ਸਮਝ ਆਊਗੀ ਤੇ ਇਹਨਾਂ ਗੁਣਾਂ ਚੋਂ ਹੀ ਪ੍ਰੇਮ ਉਪਜਦਾ, ਨਹੀਂ ਤਾਂ ਕਦੇ ਵੀ ਨਹੀਂ ਉਪਜਦਾ। ਸਿਰਫ ਤੁਸੀਂ ਇਹੀ ਸੋਚਣਾ ਹੈ ਕਿ ਮੇਰਾ ਗੁਰੂ ਤੇ ਉਹ ਵਾਹਿਗੁਰੂ, ਉਹ ਅਕਾਲ ਪੁਰਖ ਮੇਰੇ ਲਈ ਕੀ ਕਰ ਰਿਹਾ, ਬਸ ਇਹੀ ਸੋਚਣਾ, ਹੋਰ ਕੁਛ ਨਹੀਂ ਸੋਚਣਾ। ਜਦੋਂ ਇਹ ਸੋਚ ਕੇ ਬਾਣੀ ਪੜ੍ਹੋਗੇ, ਜਦੋਂ ਇਹ ਸੋਚ ਕੇ ਸਿਮਰਨ ਕਰੋਗੇ, ਫਿਰ ਪ੍ਰੇਮ ਹੀ ਰਹਿ ਜਾਣਾ, ਬਾਕੀ ਸਭ ਛੁੱਟ ਜਾਣਾ, ਬਾਕੀ ਸਭ ਪਾਸੇ ਰੱਖ ਦੇਣਾ ਹਿਰਦੇ ਨੇ। ਫਿਰ ਪ੍ਰੇਮ ਹੀ ਬਚਣਾ, ਹੋਰ ਕੁਛ ਨਹੀਂ ਬਚਣਾ। ਸੋ ਇਹਦੇ ਨਾਲ ਹੀ ਇੱਕ ਸਵਾਲ ਹੋਰ ਸੀਗਾ ਕਿ ਇੱਕ ਪਿਆਰੇ ਨਾ ਗੁਰੂ ਬਾਰੇ ਪੁੱਛ ਰਹੇ ਸੀਗੇ ਕਿ ਗੁਰੂ ਕੌਣ ਆ। ਗੁਰੂ ਕੌਣ ਆ? ਗੁਰੂ ਦੇ ਨਾ ਕਰੋੜਾਂ ਹੀ ਸਰੂਪ ਨੇ। ਗੁਰੂ ਰੂਪ ਤੇ ਅਰੂਪ ਦੋਨਾਂ ਦੇ ਵਿੱਚ ਵਸਦਾ। ਗੁਰੂ ਨਾਨਕ ਵੀ ਗੁਰੂ ਆ, ਗੁਰੂ ਗ੍ਰੰਥ ਸਾਹਿਬ ਵੀ ਗੁਰੂ ਆ, ਕਿਸੇ ਸੱਚੇ ਗੁਰਸਿੱਖ ਦੀ ਸੰਗਤ ਵੀ ਗੁਰੂ ਆ, ਤੇਰਾ ਇਕੱਲੇ ਬਹਿ ਕੇ ਨਾਮ ਜਪਣਾ ਵੀ ਗੁਰੂ ਆ, ਗੁਰੂ ਦੀ ਸੰਗਤ ਆ। ਤੇਰਾ ਗੁਰਦੁਆਰੇ 'ਚ ਜਾ ਕੇ ਨਾਮ ਜਪਣਾ ਵੀ ਸਤ ਸੰਗਤ ਆ। ਤੇ ਇਹਦੀ ਕੋਈ ਲਿਮਿਟ ਨਹੀਂ ਆ। ਜੇ ਗੁਰਦੁਆਰੇ ਨਹੀਂ ਜਾਇਆ ਗਿਆ, ਕੋਈ ਵੀ ਮਜਬੂਰੀ ਆ, ਕੁਛ ਵੀ ਆ, ਪਿਆਰਿਓ, ਸਭ ਤੋਂ ਵੱਡੀ ਸੰਗਤ ਪਤਾ ਕਿਹੜੀ ਆ? ਸਭ ਤੋਂ ਵੱਡੀ ਸੰਗਤ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਨਾ, ਜੇ ਇਕਾਂਤ ਦੇ ਵਿੱਚ, ਜੇ ਇਕੱਲ ਦੇ ਵਿੱਚ ਤੁਹਾਡਾ ਹਿਰਦਾ ਹੋਰ ਵਾਹਿਗੁਰੂ ਦੇ ਨਾਲ ਜੁੜ ਰਿਹਾ, ਤੇ ਵਾਸ਼ਨਾਵਾਂ ਦੇ ਵਿੱਚ ਨਹੀਂ ਭਟਕ ਰਿਹਾ, ਹੋਰ ਜ਼ਿਆਦਾ ਪ੍ਰੀਤ ਦੇ ਵਿੱਚ ਖਿੱਚਿਆ ਹੋਇਆ, ਤਾਂ ਸਭ ਤੋਂ ਵੱਡੀ ਤੁਹਾਡੀ ਸੰਗਤ ਉਹੀ ਆ। ਸਤਿਗੁਰ ਤੇ ਖਾਲੀ ਕੋ ਨਹੀਂ। ਸਤਿਗੁਰੂ ਅੰਦਰ ਵਰਤ ਰਿਹਾ ਉਸ ਟਾਈਮ ਤੇ। ਜੇ ਤੁਸੀਂ ਇਕਾਂਤ ਦੇ ਵਿੱਚ ਜਪ ਪਾ ਰਹੇ ਹੋ ਨਾ, ਇਹ ਬਹੁਤ ਵੱਡੀ ਗੱਲ ਆ। ਇਹਨੂੰ ਉਹੀ ਸਮਝ ਸਕਦਾ ਜਿਹੜਾ ਅਭਿਆਸੀ ਆ। ਇਕਾਂਤ ਦੇ ਵਿੱਚ ਜਪਣਾ, ਜਦੋਂ ਤੁਹਾਨੂੰ ਕੋਈ ਨਹੀਂ ਦੇਖ ਰਿਹਾ। ਅਕਸਰ ਤੁਸੀਂ ਦੇਖ ਲਓਗੇ ਖੁਦ ਦੀਆਂ ਅੱਖਾਂ ਦੇ ਵਿੱਚ ਵਿਰਾਗ, ਸੰਗਤ ਦੇ ਵਿੱਚ ਦੇਖ ਲਓਗੇ, ਗੁਰਦੁਆਰੇ ਦੇ ਵਿੱਚ ਬਾਣੀ 'ਚੋਂ ਵਿਰਾਗ ਪੈਦਾ ਹੋ ਗਿਆ, ਅੱਖਾਂ ਗਿੱਲੀਆਂ ਹੋ ਗਈਆਂ, ਬਹੁਤ ਵਧੀਆ ਗੱਲ ਆ। ਜਾਂ ਕੋਈ ਕੀਰਤਨੀਆਂ ਗਾਉਂਦਾ ਵਿਰਾਗ ਛੁੱਟ ਗਿਆ, ਵਧੀਆ ਗੱਲ ਆ। ਵਿਰਾਗ ਉਹਦੀ ਕਿਰਪਾ ਤੋਂ ਬਿਨਾਂ ਉਹ ਵੀ ਨਹੀਂ ਮਿਲਦਾ। ਪਰ ਜਿਹੜਾ ਇਕਾਂਤ ਦੇ ਵਿੱਚ ਵਿਰਾਗ 'ਚ ਹੈ ਨਾ, ਜਿਹੜਾ ਇਕਾਂਤ ਦੇ ਵਿੱਚ ਵੀ ਵਿਰਾਗ 'ਚ ਆ, ਜਿਹੜਾ ਇਕਾਂਤ ਦੇ ਵਿੱਚ ਵੀ ਸਿਮਰਨ 'ਚ ਆ, ਉਸ ਤੋਂ ਵੱਡੀ ਸਤ ਸੰਗਤ ਕਿਤੇ ਵੀ ਨਹੀਂ ਹੈਗੀ, ਕਿਤੇ ਵੀ ਨਹੀਂ ਹੈਗੀ। ਗੁਰਦੁਆਰੇ ਦੀ ਸੰਗਤ, ਗੁਰਸਿੱਖਾਂ ਦੀ ਸੰਗਤ ਕਿਉਂ ਜ਼ਰੂਰੀ ਆ? ਤਾਂ ਕਿ ਤੁਸੀਂ ਜਦੋਂ ਇਕਾਂਤ ਦੇ ਵਿੱਚ ਹੋ ਨਾ, ਉਦੋਂ ਵੀ ਤੁਹਾਡੇ ਅੰਦਰ ਗੁਰੂ ਵਰਤੇ, ਉਦੋਂ ਵੀ ਅਕਾਲ ਵਰਤੇ ਤੁਹਾਡੇ ਅੰਦਰ। ਇਹ ਗੁਰਸਿੱਖ, ਇਹ ਸਮਾਗਮ, ਇਹ ਕੀਰਤਨ, ਇਹ ਕਥਾਵਾਂ, ਇਹ ਤੁਹਾਡੇ ਲਈ ਇੱਕ ਸਕੂਲ ਦਾ ਕੰਮ ਕਰਦੀਆਂ, ਜਿੱਥੋਂ ਸਿੱਖ ਕੇ ਤੁਸੀਂ ਇਹ ਵਾਲੀ ਸੰਗਤ ਦੇ ਨਾਲ ਪ੍ਰੀਤ ਪਾ ਸਕੋ ਕਿ ਜਦੋਂ ਤੁਸੀਂ ਇਕਾਂਤ 'ਚ ਹੋ। ਇੱਕ ਗੱਲ ਹੋਰ ਸ਼ਾਇਦ ਤੁਹਾਨੂੰ ਬੁਰੀ ਲੱਗੇ, ਪਰ ਇਹ ਸੱਚ ਜੇ ਪਿਆਰਿਓ, ਜੋ ਤੁਸੀਂ ਇਕਾਂਤ 'ਚ ਹੋ ਨਾ, ਤੁਸੀਂ ਉਹੀ ਹੋ। ਜੋ ਤੁਸੀਂ ਕਿਸੇ ਦੇ ਸਾਹਮਣੇ ਹੋ ਸਕਦਾ ਉਹਦੇ 'ਚ ਅੰਦਰ ਚੋਰ ਹੋਵੇ, ਹੋ ਸਕਦਾ। ਜੇ ਵੈਰਾਗ, ਜੇ ਪੁਕਾਰ
ਇਹ ਕੱਲ੍ਹ ਦੇ ਵਿੱਚ ਵੀ ਨਾਲ ਆ ਨਾ, ਤੇ ਤੁਹਾਡਾ ਹਿਰਦਾ ਸੱਚ ਦੇ ਰਾਹ ਤੇ ਆ। ਤੇ ਜਿਹਨੂੰ ਇਕਾਂਤ ਦੇ ਵਿੱਚ ਜਿਉਣਾ ਆ ਗਿਆ, ਜਿਹਨੂੰ ਇਕਾਂਤ ਦੇ ਵਿੱਚ ਜਪਣਾ ਆ ਗਿਆ, ਜਿਹਨੂੰ ਖੁਦ ਦੇ ਅੰਦਰ ਸਤਿਗੁਰੂ ਦੀ ਸੰਗਤ ਮਿਲ ਗਈ, ਉਸ ਤੋਂ ਵੱਡਾ ਖਜ਼ਾਨਾ ਇਸ ਪੂਰੀ ਕਾਇਨਾਤ 'ਚ ਹੈ ਨਹੀਂ। ਕਈ ਵਾਰੀ ਹੁੰਦਾ ਨਾ, ਸਤ ਸੰਗਤ ਦੇ ਵਿੱਚ ਜਪਿਆ ਜਾਂਦਾ ਆ, ਮਨ ਲੱਗ ਜਾਂਦਾ, ਇਕਾਂਤ ਦੇ ਵਿੱਚ ਨਹੀਂ ਲੱਗਦਾ। ਉਹਦਾ ਰੀਜ਼ਨ ਕੀ ਆ? ਕਿਤੇ ਨਾ ਕਿਤੇ ਘਾਟ ਹੈਗੀ ਆ। ਜਿੱਦਣ ਇਕਾਂਤ ਦੇ ਵਿੱਚ ਵੀ ਵੈਰਾਗ ਛਿੜ ਪਿਆ ਨਾ, ਜਿੱਦਣ ਇਕਾਂਤ ਦੇ ਵਿੱਚ ਵੀ ਉਹਦਾ ਸਿਮਰਨ ਕਰਨ ਨੂੰ ਦਿਲ ਨਾ ਹਟਿਆ, ਜਦੋਂ ਇਹ ਰੂਹ ਇਕਾਂਤ ਖੋਜਣ ਲੱਗ ਗਈ, ਠੀਕ ਆ, ਸਾਰਿਆਂ ਦੇ ਵਿੱਚ ਵੀ ਉਹਨੂੰ ਉਹੀ ਦਿਸਦਾ ਆ, ਪਰ ਜਦੋਂ ਇਕਾਂਤ ਬਾਰੇ ਦੱਸਿਆ ਨਹੀਂ ਜਾ ਸਕਦਾ। ਜਦੋਂ ਇਕਾਂਤ ਦੇ ਨਾਲ ਪ੍ਰੀਤ ਪੈਂਦੀ ਆ ਨਾ, ਉਹ ਇਕਾਂਤ ਜਿਹੜੀ ਆ, ਉਹ ਫਿਰ ਕਿਤੇ ਵੀ ਚਲ ਜਾਵੇ ਇਹ ਰੂਹ, ਹਰ ਸਮੇਂ ਉਹ ਇਕਾਂਤ 'ਚ ਹੀ ਰਹਿੰਦੀ ਆ। ਫਿਰ ਹਰ ਸਮੇਂ ਇਕਾਂਤ 'ਚ ਰਹਿੰਦੀ ਆ, ਚਾਹੇ 20 ਜਾਣਿਆਂ ਦਾ ਰੌਲਾ ਆ, ਉੱਥੇ ਵੀ ਉਹ ਇਕਾਂਤ 'ਚ ਆ। ਪਰ ਇਹਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਆ। ਸ਼ਾਇਦ ਤੁਸੀਂ ਸਮਝ ਪਾਓਗੇ। ਸੋ ਇਸੇ ਲਈ ਖੁਦ ਦਾ ਜਾਪ ਵਧਾਉਣਾ, ਹਰ ਸਮੇਂ ਜਪਣਾ। ਹਰ ਸਮੇਂ ਜਪੋਗੇ ਤੇ ਫਿਰ ਜਦੋਂ ਗੁਰਬਾਣੀ ਪੜ੍ਹਨ ਬੈਠੋਗੇ, ਕਦੇ ਵੀ ਧਿਆਨ ਇੱਧਰ ਉੱਧਰ ਨਹੀਂ ਜਾਣਾ। ਤੁਸੀਂ ਤਾਂ ਉਲਟਾ ਸਮੇਂ ਨੂੰ ਖਿੱਚਣਾ ਆਪਣੇ ਵੱਲ, ਕਿ ਰਹਿਰਾਸ ਦਾ ਸਮਾਂ ਹੋ ਜਾਏ, ਬਸ ਮੈਂ ਹੁਣੇ ਕਰ ਲਾਂ ਬਸ। ਫਿਰ ਧਿਆਨ ਕਿੱਦਾਂ ਇੱਧਰ ਉੱਧਰ ਜਾਊਗਾ? ਉਹ ਮੌਸਮ ਹੀ ਨਹੀਂ ਬਣਨਾ ਜਿਹੜਾ ਵਾਸ਼ਨਾਵਾਂ 'ਚ ਲੈ ਜਾਵੇ, ਜਿਹੜਾ ਸੋਚਾਂ 'ਚ ਲੈ ਜਾਵੇ। ਕਿਉਂਕਿ ਰਹਿਰਾਸ ਤੋਂ ਪਹਿਲਾਂ ਵੀ ਪੂਰਾ ਦਿਨ ਤੁਸੀਂ ਉਹਦੇ ਹੀ ਹੋ, ਉਹਦੇ ਹੀ ਬਣੇ ਰਹੇ। ਇਹ ਸੁਰਤ ਕਿਤੇ ਹੋਰ ਗਈ ਨਹੀਂ, ਫਿਰ ਉਸ ਵੇਲੇ ਵੀ ਕਿਵੇਂ ਜਾਵੇ ਹੋਰ ਕਿਤੇ? ਅਰਦਾਸ ਕਰਿਆ ਕਰੋ, ਸੋਹਿਲਾ ਸਾਹਿਬ ਕਰਕੇ ਅਰਦਾਸ ਕਰਿਆ ਕਰੋ ਕਿ ਸਵੇਰੇ ਉਠਾ ਲਿਓ ਮੈਨੂੰ। ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ ਕਿ ਤੂੰ ਮੇਰੇ ਤੋਂ ਅੰਮ੍ਰਿਤ ਵੇਲਾ ਕਰਵਾ ਲਿਆ, ਤੂੰ ਮੇਰੇ ਤੋਂ ਨਿਤਨੇਮ ਕਰਵਾ ਲਿਆ। ਪਰ ਹੇ ਮੇਰੇ ਗੁਰੂ, ਹੇ ਮੇਰੇ ਵਾਹਿਗੁਰੂ, ਮੇਰਾ ਹਜੇ ਨੇਮ ਪੂਰਾ ਨਹੀਂ ਹੋਇਆ। ਮੇਰਾ ਰਹਿਰਾਸ ਤੱਕ ਤੂੰ ਮੇਰੇ ਸਿਰ 'ਤੇ ਹੱਥ ਰੱਖੀ, ਆਪਣਾ ਮਿਹਰ ਭਰਿਆ। ਮੈਂ ਤੈਨੂੰ ਜਪਦਾ ਹੀ ਰਵਾਂ, ਮੈਂ ਡੋਲਾਂ ਨਾ। ਰਹਿਰਾਸ ਨੂੰ ਫਿਰ ਅਰਦਾਸ ਕਰ ਦਿਓ ਕਿ ਹੇ ਵਾਹਿਗੁਰੂ, ਜਦੋਂ ਤੱਕ ਮੈਂ ਸੌਵਾਂ ਨਾ, ਮੇਰਾ ਧਿਆਨ ਰੱਖਿਓ। ਮੈਂ ਤੁਹਾਡੇ ਚਰਨਾਂ 'ਚ ਹੀ ਰਹਿਣਾ ਚਾਹੁੰਦਾ। ਇੱਦਾਂ ਕਰ ਕਰਕੇ ਸਟੈਪ ਵਾਈਜ਼ ਚੱਲਦੇ ਆ ਗੁਰਸਿੱਖ। ਹਰ ਚੀਜ਼ ਲਈ ਅਰਦਾਸ ਕਰਦੇ ਆ, ਆਪਣੇ ਕੋਲ ਰੱਖਣ ਦੀ ਅਰਦਾਸ ਕਰਦੇ ਆ, ਤੇ ਆਪੇ ਹੌਲੀ ਹੌਲੀ ਇਹ ਰਾਹ ਜਿਹੜਾ ਆ ਖੁੱਲ੍ਹਦਾ ਜਾਂਦਾ, ਆਨੰਦ ਦੇ ਸੋਮੇ ਵੱਲ, ਪ੍ਰੀਤ ਵੱਲ ਖੁੱਲ੍ਹਦਾ ਜਾਂਦਾ। ਉਮੀਦ ਆ ਗੁਰੂ ਨੇ ਆਪਣੀ ਸਾਂਝ ਪਾਈ ਹੋਊਗੀ ਇਸ ਵਾਰਤਾਲਾਪ 'ਚ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।